ਹੈਲੋ ਹੈਲੋ ਸਤਿ ਸ੍ਰੀ ਅਕਾਲ ਨਮਸਕਾਰ ਆਦਾਬ ਵਰਗੇ ਦੋਸਤੋ। ਕੱਲ੍ਹ ਕੁਛ ਗੱਲਾਂ ਤੁਹਾਡੇ ਨਾਲ ਇਸੇ ਮਾਧਿਅਮ ਰਾਹੀਂ ਸਾਂਝੀਆਂ ਕੀਤੀਆਂ ਸੀ ਔਰ ਤੁਹਾਡੇ ਵੱਲੋਂ ਜੋ ਉਹਦਾ ਹੰਗਾਰਾ ਭਰਿਆ ਗਿਆ ਉਹਦੇ ਲਈ ਸ਼ੁਕਰਗੁਜ਼ਾਰ ਹਾਂ। ਅਤੇ ਉਸ ਤੋਂ ਬਾਅਦ ਕੁਝ ਦੋਸਤਾਂ ਨੇ ਜੋ ਕੱਲ੍ਹ ਵਰਤਾਰਾ ਵਾਪਰਿਆ ਪੰਜਾਬ ਦੇ ਮੰਤਰੀ ਮੰਡਲ ਦੇ ਵਿੱਚ, ਜਿਹਦੇ ਵਿੱਚ ਮਨਪ੍ਰੀਤ ਸਿੰਘ ਬਾਦਲ ਅਤੇ ਬੜੇ ਸੀਨੀਅਰ ਮੰਤਰੀ ਬ੍ਰਹਮ ਮਹਿੰਦਰਾ, ਚਰਨਜੀਤ ਚੰਨੀ ਮੀਟਿੰਗ ਦੇ ਵਿੱਚੋਂ ਵਾਕਆਊਟ ਕਰ ਗਏ। ਔਰ ਵਾਕਆਊਟ ਕਰਨ ਦਾ ਕਾਰਨ ਜਿਹੜੇ ਚੀਫ ਸਕੱਤਰ ਨੇ ਉਹਨਾਂ ਨਾਲ ਕਿਸੇ ਗੱਲੋਂ ਤਕਰਾਰ ਹੋਣਾ ਦੱਸਿਆ ਜਾ ਰਿਹਾ। ਉਹਦੇ ਬਾਰੇ ਬਹੁਤ ਸਾਰੇ ਦੋਸਤਾਂ ਨੇ ਫੋਨ ਦੇ ਰਾਹੀਂ ਔਰ ਨਿੱਜੀ ਤੌਰ ਦੇ ਉੱਤੇ ਕਮੈਂਟ ਕਰਨ ਨੂੰ ਕਿਹਾ। ਹਾਂ ਦੋਸਤੋ, ਜੋ ਸਾਡੀ ਇੰਡੀਅਨ ਡੈਮੋਕਰੇਸੀ ਸਿਸਟਮ ਹੈ ਉਹਦੇ ਵਿੱਚ ਜੋ ਵਿਵਸਥਾ ਕੀਤੀ ਗਈ ਹੈ ਉਹਦੇ ਮੁਤਾਬਕ ਸਾਡੇ ਜੋ ਸਿਸਟਮ ਹੈ, ਸਰਕਾਰ ਹੈ, ਉਹਦੇ 3 ਪਾਰਟ ਸਾਡੇ ਸਿਸਟਮ ਦੇ ਗਿਣੇ ਗਏ ਨੇ: ਵਿਧਾਨ ਪਾਲਿਕਾ, ਕਾਰਜਪਾਲਿਕਾ ਅਤੇ ਨਿਆਂਪਾਲਿਕਾ। ਵਿਧਾਨ ਪਾਲਿਕਾ ਦਾ ਕੰਮ ਹੈ ਕਾਨੂੰਨ ਬਣਾਉਣਾ, ਕਾਨੂੰਨ ਘੜਨਾ, ਜਾਂ ਵਕਤ ਅਤੇ ਲੋੜ ਮੁਤਾਬਕ ਜੋ ਮੌਜੂਦਾ ਕਾਨੂੰਨ ਨੇ ਉਹਨਾਂ ਵਿੱਚ ਸੋਧਾਂ ਕਰਨਾ। ਕਾਰਜਪਾਲਿਕਾ ਦਾ ਕੰਮ ਹੁੰਦਾ ਉਹਨਾਂ ਕਾਨੂੰਨਾਂ ਨੂੰ ਸੰਵਿਧਾਨਕ ਦ੍ਰਿਸ਼ਟੀ ਤੋਂ ਅਤੇ ਕਾਨੂੰਨੀ ਉਚਤਾ ਦੇ ਦ੍ਰਿਸ਼ਟੀਕੋਣ ਤੋਂ ਲਾਗੂ ਕਰਨਾ, ਗਰਾਊਂਡ ਲੈਵਲ ਤੱਕ ਉਹਦੀ ਇੰਪਲੀਮੈਂਟੇਸ਼ਨ ਕਰਨੀ। ਔਰ ਨਿਆਂਪਾਲਿਕਾ ਦਾ ਕੰਮ ਇਹ ਮਿਥਿਆ ਗਿਆ ਕਿ ਦੋਨੇ ਜਿਹੜੇ ਸਾਡੇ ਪਿੱਲਰ ਨੇ ਇੰਡੀਅਨ ਡੈਮੋਕਰੇਸੀ ਦੇ, ਉਹ ਆਪੋ ਆਪਣੇ ਹੱਦਾਂ ਦੇ ਵਿੱਚ ਰਹਿ ਕੇ ਆਪਣੀ ਸੰਵਿਧਾਨਕ ਜ਼ਿੰਮੇਵਾਰੀਆਂ ਨਿਭਾਉਣ ਅਤੇ ਆਪਸ ਵਿੱਚ ਕਿਤੇ ਟਕਰਾਉਣ ਨਾ। ਫਿਰ ਵੀ ਕਿਤੇ ਨਾ ਕਿਤੇ ਇਹੋ ਜਿਹੀਆਂ ਖਬਰਾਂ ਪੜ੍ਹਨ ਸੁਣਨ ਨੂੰ ਮਿਲ ਜਾਂਦੀਆਂ ਜਿੱਥੋਂ ਇੰਝ ਲੱਗਦਾ ਕਿ ਦੋਵੇਂ ਜਿਹੜੇ ਸਾਡੇ ਸੰਵਿਧਾਨ ਦੇ ਇਹ 3 ਪ੍ਰਮੁੱਖ ਅੰਗ ਗਿਣੇ ਗਏ ਨੇ ਆਪੋ ਆਪਣੇ ਦਾਇਰਿਆਂ ਵਿੱਚ ਵਿਚਰਦੇ ਵੀ ਕਿਤੇ ਨਾ ਕਿਤੇ ਟਕਰਾ ਜਾਂਦੇ ਨੇ। ਹੁਣ ਜੋ ਕੱਲ੍ਹ ਦੀ ਘਟਨਾ ਲਈ ਗਈ ਹੈ ਉਹ ਘਟਨਾ ਨੂੰ ਜੇ ਅਸੀਂ ਸੰਵਿਧਾਨਕ ਦ੍ਰਿਸ਼ਟੀਕੋਣ ਤੋਂ ਵੀ ਦੇਖੀਏ ਤਾਂ ਉਹਦੇ ਵਿੱਚ ਇਹ ਬੜਾ ਕਲੀਅਰ ਕੱਟ ਹੈ ਕਿ ਜੋ ਸਾਡੀ ਪੋਲੀਟੀਕਲ ਸਟੈਬਲਿਸ਼ਮੈਂਟ ਹੈ, ਜੋ ਸਾਡੀ ਚੁਣੀ ਹੋਈ ਸਰਕਾਰ ਹੈ, ਵਿਧਾਨ ਪਾਲਿਕਾ ਦੇ ਵਿੱਚੋਂ ਮੰਤਰੀ ਮੰਡਲ ਦਾ ਗਠਨ ਹੁੰਦਾ, ਉਹਨੇ ਲੋਕਾਂ ਦੀਆਂ ਉਮੀਦਾਂ ਮੁਤਾਬਕ ਸਭ ਜਿਹੜਾ ਕਾਨੂੰਨ ਬਣਾਉਣਾ, ਉਹਦੇ 'ਤੇ ਜਿਹੜੀ ਇੱਕ ਨੀਤੀ ਤਿਆਰ ਕਰਨੀ ਹੈ ਵੱਖ-ਵੱਖ ਮੁੱਦਿਆਂ 'ਤੇ। ਉਹ ਨੀਤੀ ਦੇ ਆਧਾਰਿਤ ਅੱਗੇ ਉਹਨੂੰ ਇੰਪਲੀਮੈਂਟ ਕਿਵੇਂ ਕਰਨਾ ਹੈ, ਉਹ ਜਿਹੜੀ ਸਾਡਾ ਸਥਾਈ ਢਾਂਚਾ ਜਿਹਨੂੰ ਅਸੀਂ ਅਫਸਰਸ਼ਾਹੀ ਕਹਿੰਦੇ ਹਾਂ ਜਾਂ ਹੇਠਲੇ ਮੁਲਾਜ਼ਮ ਕਹਿੰਦੇ ਹਾਂ, ਉਹਨਾਂ ਨੇ ਉਹਦੀ ਵਿਸਥਾਰਤ ਜਿਹੜੀ ਹੈਗੀ ਹੈ ਉਹਨੂੰ ਲਾਗੂ ਕਰਨ ਦੀ ਇੱਕ ਵਿਧੀ ਵਿਧਾਨ ਤਿਆਰ ਕਰਨਾ ਹੁੰਦਾ। ਹੁਣ ਜੋ ਕੱਲ੍ਹ ਕੁਛ ਵਾਪਰਿਆ ਉਹਦੇ ਵਿੱਚ ਪਹਿਲੀ ਗੱਲ ਤਾਂ ਇਹ ਕਿ ਮੁੱਖ ਮੰਤਰੀ ਹੋਰਾਂ ਨੇ ਕਿਹਾ ਕਿ ਉਹ 2 ਵਜੇ ਤੋਂ ਬਾਅਦ ਮੀਟਿੰਗ ਵਿੱਚ ਸ਼ਾਮਲ ਹੋਣਗੇ। 2-3 ਮੰਤਰੀਆਂ ਨੂੰ ਛੱਡ ਕੇ ਬਾਕੀ ਸਾਰੇ ਮੰਤਰੀ ਪੰਜਾਬ ਜਿਹੜਾ ਹੈਗਾ ਭਵਨ ਹੈ ਚੰਡੀਗੜ੍ਹ ਮੀਟਿੰਗ ਵਾਸਤੇ ਉਹਦੇ ਵਿੱਚ ਪਹੁੰਚ ਗਏ। ਔਰ ਜਿਹੜੇ ਮੁੱਖ ਸਕੱਤਰ ਸੀ ਉਹਨਾਂ ਨੇ ਉਹਨੂੰ ਵੀਡੀਓ ਕਾਨਫਰੰਸਿੰਗ ਰਾਹੀਂ ਐਡਰੈਸ ਕਰਨ ਦਾ ਯਤਨ ਕੀਤਾ। ਜ਼ਰੂਰੀ ਹੈ ਕਿ ਜੇ ਮੰਤਰੀ ਮੀਟਿੰਗ ਦੇ ਵਿੱਚ ਆ ਕੇ ਬੈਠ ਸਕਦੇ ਨੇ ਫਿਜ਼ੀਕਲ ਤੌਰ 'ਤੇ, ਤਾਂ ਫਿਰ ਮੁੱਖ ਸਕੱਤਰ ਨੂੰ ਵੀ ਜਿਹੜਾ ਹੈਗਾ ਉਹਨਾਂ ਦੀ ਰਿਸਪੈਕਟ ਦੇ ਪ੍ਰੋਟੋਕਾਲ ਦਾ ਪਾਲਣਾ ਕਰਦਿਆਂ ਮੀਟਿੰਗ ਦੇ ਵਿੱਚ ਫਿਜ਼ੀਕਲੀ ਤੌਰ 'ਤੇ ਆਉਣਾ ਬਣਦਾ ਸੀ। ਜਦੋਂ ਕੁਝ ਪ੍ਰੋਟੈਸਟ ਹੋਇਆ ਉਹ ਆਏ ਵੀ, ਅਤੇ ਆਉਂਦਿਆਂ ਹੀ ਉਹਨਾਂ ਨੇ ਜੋ ਮੀਟਿੰਗ ਦਾ ਏਜੰਡਾ ਸੀ, ਏਜੰਡਾ ਮੁੱਖ ਤੌਰ 'ਤੇ ਇਹ ਸੀ ਕਿ ਜੋ ਸਾਡੇ ਹੁਣ ਆਬਾਕਾਰੀ ਐਕਸਾਈਜ਼ ਡਿਊਟੀ ਦੇ ਕਾਨੂੰਨ ਨੇ ਉਹਨਾਂ ਵਿੱਚ ਸੋਧ ਕਰਨੀ, ਅਤੇ ਔਰ ਜੋ ਲਾਕਡਾਊਨ ਦੇ ਦਰਮਿਆਨ ਬੰਦ ਪਏ ਸ਼ਰਾਬ ਦੇ ਠੇਕੇ ਨੇ ਉਹਨਾਂ ਨੂੰ ਖੁਲਾਉਣ ਦਾ ਵਿਧੀ ਵਿਧਾਨ ਤਿਆਰ ਕਰਨਾ। ਕਿਉਂਕਿ ਇਹ ਕੇਸ ਸੁਪਰੀਮ ਕੋਰਟ ਦੇ ਵਿੱਚ ਵੀ ਗਿਆ। ਸੁਪਰੀਮ ਕੋਰਟ ਨੇ ਸਟੇਟ ਗੌਰਮੈਂਟ ਅਤੇ ਸੈਂਟਰ ਗੌਰਮੈਂਟ ਨੂੰ ਹਦਾਇਤ ਕੀਤੀ ਕਿ ਕੋਈ ਇਹੋ ਜਿਹਾ ਤਰੀਕਾਕਾਰ ਲੱਭਿਆ ਜਾਵੇ ਜਿਹਦੇ ਵਿੱਚ ਲਾਕਡਾਊਨ ਦੀਆਂ ਜੋ ਬੰਦਿਸ਼ਾਂ ਨੇ ਉਹ ਬੰਦਿਸ਼ਾਂ ਦੀ ਵੀ ਉਲੰਘਣਾ ਨਾ ਹੋਵੇ। ਔਰ ਸਰਕਾਰ, ਕਿਉਂਕਿ ਜੋ ਅਸੀਂ ਦੇਖਦੇ ਹਾਂ ਸਾਡਾ ਸਿਸਟਮ ਹੈ ਕੇਂਦਰ ਵੱਖ-ਵੱਖ ਸਟੇਟ ਗੌਰਮੈਂਟ ਇਨਕਲੂਡ ਟੂ ਪੰਜਾਬ ਗੌਰਮੈਂਟ, ਇਹਨਾਂ ਦੇ ਜੋ ਮਾਲੀਆ ਦੇ ਸੋਰਸ ਨੇ, ਜੋ ਟੋਟਲ ਮਾਲੀਆ ਇਕੱਠਾ ਹੁੰਦਾ ਹੈ
ਉਹਦੇ ਵਿੱਚ ਜੇ ਅਸੀਂ ਐਵਰੇਜ ਪੱਧਰ 'ਤੇ ਗੱਲ ਕਰੀਏ 25 ਤੋਂ 30-35% ਜਿਹੜਾ ਪਰਸੈਂਟ ਹਿੱਸਾ ਲਿਕਰ ਜਾਂ ਸ਼ਰਾਬ ਤੋਂ ਇਕੱਠਾ ਹੁੰਦਾ ਹੈ। ਔਰ ਜਦੋਂ ਸੁਪਰੀਮ ਕੋਰਟ ਨੇ ਡਾਇਰੈਕਸ਼ਨ ਦਿੱਤੀ, ਇਸ ਤੋਂ ਪਹਿਲਾਂ ਮੁੱਖ ਮੰਤਰੀ ਹੋਰਾਂ ਨੇ ਕੇਂਦਰ ਸਰਕਾਰ ਨੂੰ ਠੇਕੇ ਖੋਲ੍ਹਣ ਦੀ ਜਿਹੜੀ ਮੰਗ ਕਰਦੀ ਚਿੱਠੀ ਵੀ ਲਿਖੀ। ਕੈਪਟਨ ਹੋਰਾਂ ਦਾ ਇਹ ਦਲੀਲ ਸੀ, ਤਰਕ ਸੀ ਕਿ ਪੰਜਾਬ ਦੇ ਵਿੱਚ ਜੋ ਅਸੀਂ ਜਿਹੜਾ ਟਾਰਗੇਟ ਮਿਥੇ ਸੀ ਮਾਲੀਆ ਇਕੱਠਾ ਕਰਨ ਦੇ, ਡਿਊ ਟੂ ਲੋਕਡਾਊਨ ਉਹਦੇ ਵਿੱਚ ਕਾਫੀ ਜਿਹੜੀ ਹੈਗੀ ਸੈਟਬੈਕ ਲੱਗੀ, ਕਮੀ ਆਈ ਹੈ। ਮੁੱਖ ਤਾਂ ਉਹਨਾਂ ਨੇ ਕਿਹਾ ਕਿ 80 ਤੋਂ 85%, 88% ਜਿਹੜਾ ਮਾਲੀਆ ਘੱਟ ਇਕੱਠਾ ਹੋ ਰਿਹਾ, ਜਿਹਦੇ ਕਰਕੇ ਜਿਹੜਾ ਸਾਡੇ ਰੋਜ਼ਮर्रा ਦੇ ਕੰਮਾਂ ਦੇ ਵਿੱਚ ਅੜਿੱਚਣ ਆ ਰਹੀਆਂ। ਕੇਂਦਰ ਸਰਕਾਰ ਤੋਂ ਵੀ ਆਸ ਮੁਤਾਬਕ ਕੋਈ ਮਾਲੀ ਇਮਦਾਦ ਨਹੀਂ ਮਿਲ ਰਹੀ। ਔਰ ਇਹਦੇ ਦਰਮਿਆਨ ਉਹਨਾਂ ਨੇ ਜਿਹੜਾ ਕੇਂਦਰ ਸਰਕਾਰ ਤੋਂ ਮੰਗ ਕੀਤੀ ਕਿ ਪਰਮਿਸ਼ਨ ਦਿੱਤੀ ਜਾਵੇ ਕਿ ਉਹ ਠੇਕੇ ਖੋਲ੍ਹ ਸਕਣ। ਪਹਿਲਾਂ ਕੇਂਦਰ ਸਰਕਾਰ ਨੇ ਇਜਾਜ਼ਤ ਨਹੀਂ ਦਿੱਤੀ। ਫਿਰ ਜਦੋਂ ਵੱਖ-ਵੱਖ ਸਟੇਟ ਗੌਰਮੈਂਟਾਂ ਵੱਲੋਂ ਪ੍ਰੈਸ਼ਰ ਬਿਲਟਅਪ ਕੀਤਾ ਗਿਆ ਤਾਂ ਫਿਰ ਇਜਾਜ਼ਤ ਮਿਲ ਗਈ। ਇਹਦੇ ਦਰਮਿਆਨ ਜਦੋਂ ਹਦਾਇਤ ਕੀਤੀ ਤਾਂ ਠੇਕੇ ਵਾਲਿਆਂ ਜਿਹੜੇ ਠੇਕੇਦਾਰ ਲੌਬੀ ਹੈ ਉਹ ਇਸ ਗੱਲ 'ਤੇ ਅੜ ਗਈ ਕਿ ਮੌਜੂਦਾ ਸਿਸਟਮ ਦੇ ਵਿੱਚ ਅਸੀਂ ਠੇਕੇ ਖੋਲ੍ਹਣ ਲਈ ਤਿਆਰ ਨਹੀਂ, ਕਿਉਂਕਿ ਪਹਿਲਾਂ ਇੰਨੇ ਦਿਨ ਸਾਡੇ ਠੇਕੇ ਬੰਦ ਰਹੇ। ਫਿਰ ਦੂਜੀ ਸਮਾਂ ਸੀਮਾ ਬਹੁਤ ਘੱਟ ਹੈ। ਤੀਜੀ ਗੱਲ, ਅਸੀਂ ਹੋਮ ਡਿਲੀਵਰੀ ਨਹੀਂ ਕਰ ਸਕਦੇ। ਇਹਦੇ ਵਿੱਚ ਕੁਛ ਮੰਗਾਂ ਉਹਨਾਂ ਦੀ ਇਹ ਵੀ ਸੀ ਕਿ ਜਿਹੜਾ ਸਾਡੀ ਫੀਸ ਹੈ ਉਹ ਫੀਸ ਘਟਾਈ ਜਾਵੇ। ਔਰ ਇਸ ਸਾਰੇ ਜੋ ਪੈਦਾ ਹੋਈ ਸਥਿਤੀ ਹੈ ਉਹਨੂੰ ਵਿਚਾਰਨ ਵਾਸਤੇ ਜਿਹੜੀ ਪਹਿਲਾਂ ਮੀਟਿੰਗ ਹੋਈ, ਜਿਹਦੇ ਵਿੱਚ ਮੁੱਖ ਮੰਤਰੀ ਖੁਦ ਹਾਜ਼ਰ ਸੀ, ਉਸ ਮੀਟਿੰਗ ਦੇ ਵਿੱਚ ਵੀ ਇਹ ਗੱਲ ਉੱਭਰ ਕੇ ਸਾਹਮਣੇ ਆਈ ਕਿ ਜਿਹੜਾ ਮੀਟਿੰਗ ਦਾ ਏਜੰਡਾ ਜਾਂ ਜਿਹੜੀ ਪਾਲਿਸੀ ਹੈ ਉਹ ਹੀ ਮੌਕੇ ਦੇ ਉੱਤੇ ਮਿਨਿਸਟਰ ਨੂੰ ਜਿਹੜੇ ਮੀਟਿੰਗ ਦੇ ਵਿੱਚ ਹਾਜ਼ਰ ਸੀ ਵਟਸਐਪ 'ਤੇ ਭੇਜੀ ਗਈ। ਔਰ ਮੰਤਰੀਆਂ ਨੇ ਇਤਰਾਜ਼ ਕੀਤਾ ਕਿ ਸਾਨੂੰ ਇਹਦਾ ਸਟੱਡੀ ਕਰਨ ਦਾ ਮੌਕਾ ਨਹੀਂ ਮਿਲਿਆ। ਔਰ ਪ੍ਰੋਪਰ ਮੌਕਾ ਨਾ ਮਿਲਣ ਕਰਕੇ ਅਸੀਂ ਸਟੱਡੀ ਕਰ ਨਹੀਂ ਸਕੇ। ਇਸ ਲਈ ਅਸੀਂ ਇਹ 'ਤੇ ਵਿਚਾਰ ਕਰਨ ਜਾਂ ਕੋਈ ਸੁਝਾਅ ਦੇਣ ਦੇ ਆਪਣੇ ਆਪ ਨੂੰ ਅਸੀਂ ਅਸਮਰਥ ਸਮਝਦੇ ਹਾਂ। ਤਾਂ ਉਹਦੇ ਰੋਸ਼ਨੀ ਦੇ ਵਿੱਚ ਜਿਹੜੀ ਉਸ ਵੇਲੇ ਮੀਟਿੰਗ ਅਡਜਰਨ ਹੋ ਗਈ, ਅੱਗੇ ਪੈ ਗਈ, ਅਤੇ ਕੱਲ੍ਹ ਮੀਟਿੰਗ ਹੋਈ। ਕੱਲ੍ਹ ਫਿਰ ਸਥਿਤੀ ਪੈਦਾ ਹੋ ਗਈ। ਅਤੇ ਉਸ ਦੇ ਦਰਮਿਆਨ ਜਦੋਂ ਇਹ ਗੱਲ ਮੁੱਖ ਸਕੱਤਰ ਹੋਰਾਂ ਨੇ ਕਹੀ ਕਿ ਜਿਹੜੀ ਅਫਸਰਸ਼ਾਹੀ ਹੈ ਉਹ ਸਿਸਟਮ ਹੈ, ਉਹਨਾਂ ਨੇ ਜਿਹੜੀ ਹੈਗੀ ਆ ਨੀਤੀ ਪਲਾਨ ਤਿਆਰ ਕਰਨੀ ਹੁੰਦੀ ਹੈ ਅਤੇ ਕੈਬਨਿਟ ਨੇ ਸਿਰਫ ਅਪਰੂਵਲ ਦੇਣੀ ਹੁੰਦੀ ਹੈ। ਇਹ ਇੱਕ ਬੜਾ ਵੱਡਾ ਸੰਵਿਧਾਨਕ ਤੌਰ 'ਤੇ ਸਵਾਲ ਜਾਂ ਨੁਕਤਾ ਖੜ੍ਹਾ ਹੋ ਗਿਆ। ਤਾਂ ਉਸ ਵੇਲੇ ਜਿਹੜੇ ਵਿੱਤ ਮੰਤਰੀ ਸਾਡੇ ਮਨਪ੍ਰੀਤ ਸਿੰਘ ਬਾਦਲ ਸੀ, ਉਹਨਾਂ ਨੇ ਕਾਫੀ ਇਸ ਗੱਲ ਦੇ ਉੱਤੇ ਬੁਰਾ ਮਨਾਇਆ ਔਰ ਗੱਲ ਤਣਾਅ ਵਾਲੀ ਬਣ ਗਈ, ਕਿਉਂਕਿ ਜੇ ਮੰਤਰੀਆਂ ਦਾ ਇੱਕ ਸਟੈਂਡ ਸੀ ਕਿ ਨੀਤੀ ਤਿਆਰ ਕਰਨ ਦਾ ਕੰਮ ਮੰਤਰੀ ਮੰਡਲ ਦਾ ਹੈ, ਕੈਬਨਿਟ ਦਾ ਹੈ। ਉਹਨੂੰ ਲਾਗੂ ਕਿਵੇਂ ਕਰਨਾ ਹੈ, ਹੇਠਲੇ ਪੱਧਰ 'ਤੇ ਉਹਨੂੰ ਲਿਜਾਣਾ ਕਿਵੇਂ ਹੈ, ਤਾਂ ਜੋ ਉਹਦੇ ਜਿਹੜੇ ਮਨ ਇੱਛਤ ਸਿੱਟੇ ਨਿਕਲ ਸਕਣ, ਕੋਈ ਉਹਦੇ ਵਿਗਾੜ ਪੈਦਾ ਨਾ ਹੋਣ। ਇਹਦੀ ਜਿਹੜੀ ਰੂਪ ਰੇਖਾ, ਵਿਧੀ ਵਿਧਾਨ, ਤਰੀਕਾਕਾਰ ਤੈਅ ਕਰਨ ਦਾ ਕੰਮ ਮੁੱਖ ਸਕੱਤਰ ਦੀ ਜਿਹੜੀ ਹੇਠ ਦੇ ਨਾਲ ਜੁੜੀ ਹੋਈ ਉਹਦੀ ਟੀਮ ਦਾ ਹੈ, ਨਾ ਕਿ ਇਹ ਕਿ ਉਹ ਪਾਲਿਸੀ ਤਿਆਰ ਕਰਕੇ, ਨੀਤੀ ਤਿਆਰ ਕਰਕੇ ਸਿਰਫ ਜਿਹੜਾ ਹੈਗਾ ਅਪਰੂਵਲ ਲਈ ਕੈਬਨਿਟ ਨੂੰ ਜਿਹੜਾ ਹੈਗਾ ਵਰਤੇ। ਇਸ ਗੱਲ ਦੇ ਉੱਤੇ ਜਦੋਂ ਤੂੰ ਮੈਂ ਹੋਈ, ਬਹਿਸ ਹੋਈ, ਤਾਂ ਬ੍ਰਹਮ ਮਹਿੰਦਰਾ ਹੋਰਾਂ ਨੇ ਵਿੱਚ ਵਿਚਾਲਾ ਕਰਨ ਦੀ ਕੋਸ਼ਿਸ਼ ਕੀਤੀ। ਮਾਮਲਾ ਇੰਨਾ ਵੱਧ ਗਿਆ ਕਿ ਉਹ ਫਿਰ ਵਾਕਆਊਟ ਹੋ ਗਿਆ। ਉਹਦੇ ਵਿੱਚ ਫਿਰ ਜਿਹੜੀ ਮੀਟਿੰਗ ਅਡਜਰਨ ਹੋ ਗਈ ਅਤੇ ਹੁਣ ਮੀਟਿੰਗ ਜਿਹੜੀ ਹੈਗੀ ਹੈ ਕੱਲ੍ਹ ਸੋਮਵਾਰ ਹੋਣੀ ਹੈ। ਵਿੱਚ ਵਿਚਾਲੇ ਕੁਛ ਇਹ ਵੀ ਇਨਪੁਟਸ ਜਿਹੜੀ ਰਿਪੋਰਟਸ ਨਿਊਜ਼ ਆਈਆਂ ਕਿ ਕੁਝ ਮੰਤਰੀਆਂ ਨੇ ਮੁੱਖ ਸਕੱਤਰ ਦੀ ਬਦਲੀ ਦੀ ਵੀ ਮੰਗ ਕੀਤੀ ਹੈ। ਹੁਣ ਆਉਣ ਵਾਲੀ ਸਿਚੁਏਸ਼ਨ ਕੱਲ੍ਹ ਨੂੰ ਕੀ ਟਰਨ ਲੈਂਦੀ ਹੈ, ਇਹ ਕੱਲ੍ਹ ਦੀ ਮੀਟਿੰਗ ਜਾਂ ਮੁੱਖ ਮੰਤਰੀ ਦੇ ਉੱਤੇ ਨਿਰਭਰ ਆ ਕਿ ਉਹ ਸਾਰੀ ਸਿਚੁਏਸ਼ਨ ਨੂੰ ਕਿਵੇਂ ਕੰਟਰੋਲ ਕਰਦੇ ਨੇ ਅਤੇ ਕਿਵੇਂ ਜਿਹੜਾ ਡੈਮੇਜ ਹੋਇਆ, ਡੈਂਟ ਪਿਆ ਕੈਬਨਿਟ ਦੇ ਵਿੱਚ, ਔਰ ਕੈਬਨਿਟ 'ਤੇ ਜਿਹੜੀ ਬਿਊਰੋਕਰੇਸੀ ਸਟੇਟ ਦੀ ਉਹਦੇ ਰਿਲੇਸ਼ਨ ਦੇ ਵਿੱਚ ਉਹਨੂੰ ਕਿਵੇਂ ਉਹ ਜਿਹੜਾ ਹੈਗਾ ਆਪਣਾ ਕਹਿ ਲਓ ਹੱਲ ਕਰਦੇ ਨੇ, ਕਿਵੇਂ ਉਹ ਕੰਟਰੋਲ ਕਰਦੇ ਨੇ ਡੈਮੇਜ ਨੂੰ। ਜੇ ਉਹ ਸਖਾਵਾ ਹੋ ਜਾਂਦਾ ਹੈ ਤਾਂ ਹੱਲ ਪੋਜ਼ੀਟਿਵ ਨਿਕਲ ਸਕਦਾ ਹੈ। ਅਦਰਵਾਈਜ਼ ਜੋ ਪਿਛਲੇ ਸਮੇਂ ਦੇ ਵਿੱਚ ਜੋ ਕੁਝ ਵਾਪਰਿਆ ਅਸੀਂ ਮਹਿਸੂਸ ਕਰਦੇ ਰਹੇ ਹਾਂ, ਔਰ ਬਹੁਤ ਸਾਰੇ ਲੋਕਾਂ ਨੇ ਮਹਿਸੂਸ ਵੀ ਕੀਤਾ ਕਿ ਇਹਦੇ ਵਿੱਚ ਜਿਹੜੀ ਅਫਸਰਸ਼ਾਹੀ ਹੈ ਅਤੇ ਜੋ ਪੋਲੀਟੀਕਲ ਐਸਟੈਬਲਿਸ਼ਮੈਂਟ ਹੈ ਉਹਦੇ ਵਿੱਚ ਕਾਫੀ ਸਾਰੀਆਂ ਦੂਰੀਆਂ ਵਧੀਆਂ ਨੇ। ਇਹ ਵੀ ਕਿਤੇ ਨੋਟ ਕੀਤਾ ਗਿਆ ਕਿ ਅਫਸਰਸ਼ਾਹੀ ਕਾਫੀ ਹੱਦ ਤੱਕ
ਰਾਜਨੀਤੀ ਮਨਾਂ 'ਤੇ ਹਾਵੀ ਹੈ। ਇਹਦੇ ਕੀ ਕਾਰਨ ਨੇ, ਮੈਂ ਇੱਕ ਕਿਸੇ ਦੀ ਕੋਟੇਸ਼ਨ ਨਾਲ ਗੱਲ ਨੂੰ ਸਪਸ਼ਟ ਕਰਨੀ ਚਾਹਾਂਗਾ। ਹਾਂ, ਕਿਸੇ ਨੇ ਬੜੇ ਖੂਬਸੂਰਤ ਸ਼ਬਦਾਂ 'ਚ ਕਿਹਾ, ਔਰ ਸ਼ਾਇਦ ਇੱਕ ਡੈਮੋਕ੍ਰੇਸੀ ਦਾ ਹੁਨਰ ਵੀ ਹੈ, ਉਹ ਇਹ ਕਿ ਕਹਿੰਦੇ ਅਫਸਰਸ਼ਾਹੀ ਉਹ ਜਿਹੜਾ ਘੋੜਾ ਹੈ, ਉਹ ਅੜੀਅਲ ਘੋੜਾ ਹੈ ਜਿਹਦੇ 'ਤੇ ਜੇ ਸਵਾਰ ਪਰਪੱਕ ਨਾ ਹੋਵੇ, ਸਵਾਰ ਮਾਰ ਨਾ ਹੋਵੇ, ਸਵਾਰ ਢਿੱਲਰ ਹੋਵੇ ਤਾਂ ਉਹਨੂੰ ਪਟਕਾ ਕੇ ਭੂਜੇ ਮਾਰਨ ਲੱਗਿਆ ਮਿੰਟ ਨਹੀਂ ਲਾਉਂਦਾ। ਦੂਜੇ ਪਾਸੇ ਜੇ ਸਾਧਕ ਜਾਂ ਸਵਾਰ ਜਿਹੜਾ ਹੈਗਾ ਆਪਣੇ ਆਪ ਨੂੰ ਮਾਹਰ ਹੈ, ਘੋੜ ਸਵਾਰੀ ਦੇ ਤਰੀਕਾਕਾਰ ਤੋਂ ਵਾਕਫ ਹੈ, ਉਹਨੂੰ ਅੜੀਅਲ ਘੋੜਿਆਂ ਨੂੰ ਨੱਥਣਾ ਸਾਧਨਾ ਆਉਂਦਾ ਹੈ, ਤਾਂ ਫਿਰ ਅੜੀਅਲ ਘੋੜੇ ਨੂੰ ਵੀ ਆਪਣੇ ਜਿਹੜਾ ਲੋੜ ਮੁਤਾਬਕ ਤੋਰ ਲੈਂਦਾ। ਔਰ ਇਹਦੇ ਆਧਾਰ 'ਤੇ ਅਸੀਂ ਦੇਖੀਏ ਕਿ ਜਿਹੜੇ ਸਿਆਸਤਦਾਨ ਪਿਛਲੇ ਸਮੇਂ ਸੀਗੇ ਹਾਵੀ ਹੁੰਦੇ ਰਹੇ ਸੀ, ਅਫਸਰਸ਼ਾਹੀ ਤੋਂ ਆਪਣੇ ਮੁਤਾਬਕ ਕੰਮ ਲੈਂਦੇ ਸੀ, ਉਹਦੇ ਵਿੱਚ ਅਤੇ ਅੱਜ ਦੇ ਵਿੱਚ ਕਾਫੀ ਸਾਰਾ ਫਰਕ ਆਇਆ। ਅਸੀਂ ਪੋਲੀਟੀਕਲ ਕਲਚਰ ਜਾਂ ਰਾਜਨੀਤਿਕ ਸੱਭਿਆਚਾਰ ਨੂੰ ਜੇ ਨੇੜਿਓਂ ਤੱਕਦੇ ਹਾਂ ਤਾਂ ਪਹਿਲਾਂ ਜਿਹੜੀ ਰਾਜਨੀਤੀ ਸੇਵਾ ਦਾ ਇੱਕ ਕਾਰਨ ਸੀ, ਲੋਕ ਸੇਵਾ ਦਾ ਇੱਕ ਤਰੀਕਾ ਸੀ, ਜ਼ਰੀਆ ਸੀ। ਪਰ ਜਿਵੇਂ ਪਿਛਲੇ ਸਮੇਂ ਦੇ ਵਿੱਚ ਹਰ ਪਾਸੇ ਇੱਕ ਨਵੀਆਂ ਡਿਵੈਲਪਮੈਂਟ ਹੋਈਆਂ, ਜਿਹੜੀ ਪੋਲੀਟਿਕਸ ਵਿੱਚ ਵੀ ਡਿਵੈਲਪਮੈਂਟ ਹੋਈ ਹੈ, ਪੋਲੀਟੀਕਲ ਪਾਰਟੀਆਂ 'ਚ ਵੀ ਡਿਵੈਲਪਮੈਂਟ ਹੋਈ ਹੈ, ਉਹਦੇ ਵਿੱਚ ਕੁਝ ਉਹੋ ਜਿਹੇ ਲੋਕ ਆ ਗਏ ਜਿਨ੍ਹਾਂ ਨੇ ਇਹਨੂੰ ਇੱਕ ਇਨਵੈਸਟਮੈਂਟ ਕਰਕੇ ਪ੍ਰੋਫੈਸ਼ਨਲ ਤੌਰ 'ਤੇ ਅਡਾਪਟ ਕੀਤਾ। ਤਾਂ ਜ਼ਰੂਰੀ ਹੈ ਜਦੋਂ ਇਹ ਸਾਰਾ ਕੁਝ ਹੋ ਜਾਂਦਾ ਤਾਂ ਰਾਜਨੀਤੀ ਵਰਨਾਂ ਦੇ ਵਿੱਚ ਵੀ ਬਿਜ਼ਨਸ ਤਰੀਕਾਕਾਰ ਆ ਜਾਂਦੇ ਆ। ਬਹੁਤ ਸਾਰੀਆਂ ਕਾਰੋਬਾਰੀ ਲੋਕਾਂ ਮੁਤਾਬਕ ਉਹਨਾਂ ਦੀਆਂ ਕਮਜ਼ੋਰੀਆਂ, ਉਹਨਾਂ ਦੀ ਵੀਕਨੈਸ, ਉਹਨਾਂ ਦਾ ਜੋ ਕੁਛ ਹੋਰ ਸਾਰਾ ਕੁਛ ਹੁੰਦਾ ਉਹ ਅਫਸਰਸ਼ਾਹੀ ਦੇ ਟਿਪਸ 'ਤੇ ਹੁੰਦਾ। ਅਤੇ ਜਦੋਂ ਫਿਰ ਇਹ ਸਾਰਾ ਕੁਛ ਟਿਪਸ 'ਤੇ ਹੋਵੇ ਤਾਂ ਫਿਰ ਜਦੋਂ ਇਹੋ ਜਿਹੇ ਜਿਹੜੇ ਬਿਜ਼ਨਸ ਕਮ ਪੋਲੀਟੀਸ਼ੀਅਨ ਹੁੰਦੇ ਨੇ, ਬਿਜ਼ਨਸਮੈਨ ਕਮ ਪੋਲੀਟੀਸ਼ੀਅਨ ਹੁੰਦੇ ਨੇ, ਉਹਨਾਂ ਨੂੰ ਫਿਰ ਅਫਸਰਸ਼ਾਹੀ ਦੇ ਇਸ਼ਾਰਿਆਂ 'ਤੇ ਨੱਚਣਾ ਹੀ ਪੈਂਦਾ ਹੈ। ਔਰ ਇਹ ਬਹੁਤ ਹੀ ਘੱਟ ਸਿਆਸਤਦਾਨ ਹੋਣਗੇ ਜਿਹੜੇ ਨਿਰੋਲ ਪੋਲੀਟਿਕਸ ਨੂੰ ਲੋਕਾਂ ਦੀ ਸੇਵਾ ਦਾ ਮਾਧਿਅਮ ਸਮਝ ਕੇ ਆਏ ਨੇ। ਔਰ ਜੇ ਅਸੀਂ ਸਾਰਾ ਕੁਛ ਦੇਖੀਏ ਤਾਂ ਅਸੀਂ ਇਹ ਬੜਾ ਨੋਟ ਕਰਦੇ ਹਾਂ ਕਿ ਵਿਧਾਨ ਸਭਾ ਪਾਰਲੀਮੈਂਟ ਦੇ ਵਿੱਚ ਉਹਨਾਂ ਲੋਕਾਂ ਦੇ ਦਾਖਲੇ ਹੋਏ ਨੇ ਜਿਹੜੇ ਮਹਾਂਕਰੋੜੇ ਨੇ, ਔਰ ਕੁਝ ਇਹੋ ਜਿਹੇ ਲੋਕ ਵੀ ਨੇ ਜਿਨ੍ਹਾਂ ਦੇ ਸ਼ੁਰੂਆਤੀ ਦਿਨਾਂ ਦੇ ਵਿੱਚ ਜਾਇਦਾਦ ਅਸਾਸੇ ਬੜੇ ਸੀਮਤ ਸੀ, ਔਰ ਪੋਲੀਟਿਕਸ ਜੁਆਇਨ ਕਰਨ ਤੋਂ ਬਾਅਦ 500,000 ਗੁਣਾ ਵੀ ਵੱਧ ਗਏ। ਸੋ ਇਹ ਸਾਰਾ ਸਿਸਟਮ ਹੈ ਜਿਹਦੇ ਵਿੱਚ ਅਸੀਂ ਮਹਿਸੂਸ ਕਰਦੇ ਹਾਂ ਕਿ ਅਫਸਰਸ਼ਾਹੀ ਅਤੇ ਪੋਲੀਟੀਸ਼ੀਅਨ ਦਾ ਜਿਹੜਾ ਇਟਰਨਲ ਰਿਲੇਸ਼ਨਸ਼ਿਪ ਹੈ ਉਹਨੂੰ ਬਚਣਾ ਪੈਂਦਾ। ਪਰ ਜੇ ਦੂਜੇ ਪਾਸੇ ਦੇਖੀਏ ਤਾਂ ਇਹ ਜਿਹੜੀ ਕਨਫਲਿਕਟ ਪੈਦਾ ਹੁੰਦਾ ਬਿਊਰੋਕਰੇਸੀ ਬਿਟਵੀਨ ਪੋਲੀਟੀਸ਼ੀਅਨ ਦੇ ਵਿੱਚ, ਇਹਦਾ ਅਲਟੀਮੇਟਲੀ ਜਿਹੜਾ ਹੈਗਾ ਲੋਕਾਂ ਦੇ ਲੋਕ ਸਰੋਕਾਰਾਂ 'ਤੇ ਮਾੜਾ ਅਸਰ ਵੀ ਪੈਂਦਾ। ਪਰ ਦੂਜੇ ਪਾਸੇ ਜੋ ਕੁਝ ਸੱਚਾਈਆਂ ਹੁੰਦੀਆਂ ਨੇ ਜਿਹੜੀਆਂ ਪੋਲੀਟੀਸ਼ੀਅਨ ਅਤੇ ਅਫਸਰਸ਼ਾਹੀ ਦੀ ਇਕਸੁਰਤਾ ਕਰਕੇ ਅੰਦਰੇ ਅੰਦਰ ਰਹਿ ਜਾਂਦੀਆਂ ਨੇ, ਉਹ ਵੀ ਬਾਹਰ ਹੁੰਦੀਆਂ ਨੇ। ਪਰ ਕੁੱਲ ਮਿਲਾ ਕੇ ਹੁਣ ਅਸੀਂ ਦੇਖਾਂਗੇ ਕਿ ਕੱਲ੍ਹ ਨੂੰ ਇਹ ਸਾਰੀ ਸਥਿਤੀ ਦੇ ਵਿੱਚ ਜਿਹੜੇ ਮੁੱਖ ਮੰਤਰੀ ਹੋਰਾਂ ਦੀ ਕੀ ਭੂਮਿਕਾ ਹੋਏਗੀ, ਔਰ ਮੁੱਖ ਮੰਤਰੀ ਜਿਹੜੇ ਹੈਗੇ ਨੇ ਇਹ ਵੀ ਪਿਛਲੇ ਸਮੇਂ ਦੀ ਚਰਚਾ ਚੱਲ ਰਹੀ ਸੀਗੀ ਕਿ ਜੋ ਕੈਪਟਨ ਸਾਹਿਬ ਦਾ ਜੋ ਪਹਿਲਾਂ ਰਾਜਕਾਲ ਦਾ ਜੋ ਇੱਕ ਛਵੀ ਸੀ, ਜੋ ਉਹਨਾਂ ਦੀ ਪਰਸਨੈਲਿਟੀ ਇੰਪੈਕਟ ਸੀ, ਪ੍ਰਭਾਵ ਸੀ, ਇਫੈਕਟ ਸੀ, ਉਹ ਨਹੀਂ ਰਿਹਾ। ਕਿਤੇ ਨਾ ਕਿਤੇ ਉਹਨਾਂ ਦਾ ਜਿਹੜੀ ਗ੍ਰਿਪ ਹੈ ਉਹ ਆਪਣੀ ਪਾਰਟੀ 'ਤੇ ਵੀ ਕਮਜ਼ੋਰ ਹੋਈ ਹੈ ਔਰ ਬਿਊਰੋਕਰੇਸੀ 'ਤੇ ਵੀ ਕਮਜ਼ੋਰ ਹੋਈ ਹੈ। ਇਹੋ ਕਾਰਨ ਹੈ ਕਿ ਕਾਂਗਰਸ ਦੇ ਅੰਦਰ ਵੀ ਜਿਹੜੀ ਲੌਬਿੰਗ ਹੋਣ ਦੀ, ਵੱਖ-ਵੱਖ ਤਰ੍ਹਾਂ ਦੇ ਗਰੁੱਪ ਪੈਦਾ ਹੋਣ ਦੀ, ਪ੍ਰੈਸ਼ਰ ਗਰੁੱਪ ਬਿਲਟਅਪ ਹੋਣ ਦੀ, ਰੋਸ ਆਵਾਜ਼ਾਂ ਦੀ, ਵਿਰੋਧੀ ਆਵਾਜ਼ਾਂ ਦੀ ਜਿਹੜੀ ਹੈਗੀ ਚਰਚਾ ਹੁੰਦੀ ਰਹੀ ਹੈ। ਅਤੇ ਹੁਣ ਇਸ ਸਾਰੀ ਸਿਚੁਏਸ਼ਨ ਦੇ ਵਿੱਚ ਕੱਲ੍ਹ ਦਾ ਦਿਨ ਬੜਾ ਮਹੱਤਵਪੂਰਨ ਹੈ ਅਤੇ ਕੱਲ੍ਹ ਦੇਖਾਂਗੇ ਇਹਦੇ ਵਿੱਚ ਕੀ ਸਿੱਟੇ ਨਿਕਲਦੇ ਨੇ। ਸੋ ਦੋਸਤੋ, ਨਮਸਕਾਰ, ਆਦਾਬ, ਅਲਵਿਦਾ। ਫਿਰ ਮਿਲਾਂਗੇ ਔਰ ਫਿਰ ਕੁਛ ਤੁਹਾਡੇ ਨਾਲ ਗੱਲਾਂ ਬਾਤਾਂ ਸਾਂਝੀਆਂ ਕਰਾਂਗੇ। ਅਤੇ ਜੇ ਤੁਹਾਨੂੰ ਇਹ ਗੱਲਬਾਤ ਕੁਝ ਠੀਕ ਲੱਗਦੀ ਹੈ, ਤੁਹਾਨੂੰ ਇਹ ਗੱਲਬਾਤ ਜਿਹੜੇ ਨੁਕਤੇ ਸਾਂਝੇ ਕੀਤੇ ਵਾਜਬ ਲੱਗਦੇ ਆ, ਪਸੰਦ ਕਰੋ। ਹੋਰ ਵਾਜਬ ਲੱਗਦੇ ਆ ਤਾਂ ਇਹਨੂੰ ਹੋਰ ਦੋਸਤਾਂ ਨਾਲ ਵੀ ਸਾਂਝਾ ਕਰੋ। ਧੰਨਵਾਦ। ਸ਼ੁਭ ਸ਼ਾਮ।